ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜੀਓ, ਧੰਨ 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 ਸਾਹਿਬ। ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਜਾਂ ਵਾਲੇ ਪੰਥ ਦੇ ਵਾਲੀ ਦਾਤਾਰ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੀਆਂ ਸੰਗਤਾਂ ਆਲ ਵਰਲਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਭਰਪੂਰ ਹਨ, ਆਨੰਦਪੁਰ ਸਾਹਿਬ ਜੀ ਦੇ ਵਾਸੀ ਵਸ ਰਹੇ ਹਨ, ਨਾਮ ਜਪ ਰਹੇ ਹਨ, ਸਰਬੱਤ ਦਾ ਭਲਾ ਮੰਗ ਰਹੇ ਹਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਆਓ ਘੜੀ ਮਨ ਜੋੜੀਏ, ਇਹ ਘੜੀਆਂ ਮੁੜ ਕੇ ਨਹੀਂ ਲੱਭਣੀਆਂ ਜਦੋਂ ਜ਼ਿੰਦਗੀ ਦਾ ਸਮਾਂ ਮੁੱਕ ਗਿਆ, ਕਿਉਂਕਿ ਹਰ ਚੀਜ਼ ਮਿਲੀ ਹੋਈ ਹੈ ਮੁੱਕਣ ਵਾਸਤੇ। ਇੱਕ ਨਹੀਂ ਮੁੱਕਦਾ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਉਹ ਨਹੀਂ ਮੁੱਕਦਾ, ਉਹ ਭੰਡਾਰ ਭਰਿਆ ਰਹਿੰਦਾ ਹੈ ਇਸ ਦੁਨੀਆ ਵਿੱਚ ਵੀ ਤੇ ਦਰਗਾਹ ਦੇ ਵਿੱਚ ਵੀ। ਉਮਰ ਜਿਹੜੀ ਮਿਲੀ ਹੋਈ ਹੈ, ਸਤਿਗੁਰਾਂ ਦੇ ਫਰਮਾਨ ਹਨ, ਨਣ ਕਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਨ ਤਿਲ ਸਾਰ। ਜਿਹੜੀ ਏਜ ਹੈ, ਉਮਰ ਹੈ, ਉਹਦੇ ਵਿੱਚ ਤਿਲ ਜਿੰਨਾ ਵੀ ਫਰਕ ਨਹੀਂ ਪੈ ਸਕਦਾ। ਜਿਵੇਂ ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਲਿਖੇ ਹੋਏ ਹਨ, ਤਿਵੇਂ ਤਿਵੇਂ ਸਭ ਕੁਝ ਹੋ ਰਿਹਾ ਹੈ। ਜਿਵੇਂ ਪੜ੍ਹਦੇ ਹਾਂ, ਐਜ਼ ਹਿਜ਼ ਡਿਕਰੀ ਇਜ਼ ਇਸ਼ੂਡ, ਸੋ ਇਜ਼ ਹਿਜ਼ ਕਮਾਂਡ ਓਬੇਡ। ਬੰਦਾ ਹੁਕਮ ਵਿੱਚ ਜਿੰਨਾ ਮਰਜ਼ੀ ਭੱਜ ਨੱਸ ਲਵੇ, ਪਰ ਡੋਰੀ ਵਾਹਿਗੁਰੂ ਜੀ ਦੇ ਹੱਥ ਵਿੱਚ ਹੁੰਦੀ ਹੈ। ਪ੍ਰਭ ਡੋਰੀ ਹਾਥ ਤੋਂ ਮਾਰੇ। ਬਿਨਾਂ ਗੁਰਬਾਣੀ ਤੋਂ ਇਸ ਵੇਲੇ ਕਿਧਰੋਂ ਸੱਚ ਨਹੀਂ ਲੱਭਦਾ। ਮਨ ਡਾਵਾਂ ਡੋਲ ਹੈ, ਮਨ ਦੁਖੀ ਹੈ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਕਮ ਕੀਤੇ ਹਨ, ਥੋੜੀ ਬਹੁਤੀ ਵੀ ਦੁਨੀਆ ਦੁਖੀ ਨਹੀਂ, ਸਾਰਾ ਸੰਸਾਰ ਹੀ ਸਤਿਗੁਰੂ ਜੀ ਫਰਮਾਉਂਦੇ ਹਨ ਦੁੱਖਾਂ ਵਿੱਚ ਘਿਰਿਆ ਪਿਆ ਹੈ। ਨਾਨਕ ਦੁਖੀਆ ਸਭ ਸੰਸਾਰ। 6ਵੀਂ ਪੌੜੀ ਦੀ ਵਿਆਖਿਆ ਆਪ ਜੀ ਨੇ ਜਪਜੀ ਸਾਹਿਬ ਜੀ ਦੀ ਸਰਵਣ ਕੀਤੀ ਸੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕੋ ਦਾਤਾ, ਸੋ ਮੈਂ ਵਿਸਰ ਨਾ ਜਾਈ। The Guru has given me this one understanding. ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ says, ਸਭਨਾ ਜੀਆਂ ਕਾ ਇੱਕੋ ਦਾਤਾ, ਸੋ ਮੈਂ ਵਿਸਰ ਨਾ ਜਾਈ। There is only the one, the giver of all souls. May I never forget him. ਇਹ ਕਥਾ ਆਪ ਜੀ ਨੇ ਪਵਿੱਤਰ ਗੁਰਬਾਣੀ ਜਪਜੀ ਸਾਹਿਬ ਜੀ ਦੀ, ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ੁਰੂ ਵਿੱਚ ਸਤਿਗੁਰਾਂ ਨੇ ਲਿਖੀ ਹੈ। ਰੋਜ਼ ਗੁਰਸਿੱਖ ਪੜ੍ਹਦੇ ਹਨ ਜਪਜੀ ਸਾਹਿਬ ਜੀ ਦਾ ਪਾਠ। ਆਓ ਅੱਜ 7ਵੀਂ ਪੌੜੀ ਦੀ ਬਖਸ਼ਿਸ਼ ਕੀਤੀ ਹੈ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਦਾਤਾਰ ਪਾਤਸ਼ਾਹ ਜੀ ਨੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਦੇ ਲੜ ਲਾਇਆ ਹੈ ਬਾਜਾਂ ਵਾਲੇ ਕਲਗੀਆਂ ਵਾਲੇ ਸਤਿਗੁਰੂ ਜੀ ਨੇ। ਰੋਜ਼ ਦੋਹਰਾ ਪੜ੍ਹਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ says, my order to all Sikhs, your Guru is ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ forever after me। ਸਾਡੇ ਤੋਂ ਬਾਅਦ ਵਿੱਚ ਹੁਣ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰਬਾਣੀ ਤੁਹਾਡੀ ਗੁਰੂ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ। 7ਵੀਂ ਪੌੜੀ ਤੋਂ ਦਾਸਰਾ ਪੜ੍ਹਨ ਲੱਗਾ ਹੈ, ਆਪਣੇ ਕੰਨਾਂ ਨਾਲ ਸੁਣ ਵੀ ਰਿਹਾ ਹੈ, ਹੋਰ ਵੀ ਜਿਹਦੇ ਭਾਗਾਂ ਵਿੱਚ ਹੈ ਉਹ ਸੁਣਦੇ ਪਏ ਹਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ ਹਨ, ਅੰਗ ਹਨ 2। ਜਪਜੀ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੀ 7ਵੀਂ ਪੌੜੀ ਦੀ ਕਥਾ ਹੈ। ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਹੋਰ ਦਸੋਣੀ ਹੋਏ। ਬੰਦੇ ਦੀ ਉਮਰ 4 ਕੁ ਦਿਨਾਂ ਦੀ ਹੈ। 4 ਦਿਨ ਦਾ ਭਾਵ ਹੈ ਨਾਨਕ ਦੁਨੀਆ 4 ਦਿਹਾੜੇ, ਸੁਖ ਕੀਤੇ ਦੁੱਖ ਹੋਈ 100 ਕੁ ਸਾਲ ਅਬਾਊਟ। ਹੋ ਸਕਦਾ ਹੈ 10-20 ਸਾਲ ਉੱਪਰ ਵੀ ਹੋਵੇ, ਪਰ ਉਸ ਵੇਲੇ ਤਨ ਸਾਥ ਛੱਡ ਜਾਂਦਾ ਹੈ। ਹੱਥ ਪੈਰ ਚੱਲਣ ਵਾਲੇ ਪੈਰ ਜਿਹੜੇ ਹਨ, ਗੋਡੇ ਜਿਹੜੇ ਹਨ, ਅੱਖਾਂ ਜਿਹੜੀਆਂ ਹਨ, ਕੰਨ ਜਿਹੜੇ ਹਨ, ਇਹ ਸਾਥ, ਦੰਦ, ਇਹ ਸਭ ਕੁਝ ਸਾਥ ਛੱਡ ਜਾਂਦਾ ਹੈ। ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ ਇਹ ਉਹਨਾਂ ਚਿਰ ਹੀ ਨਾਲ ਰਹਿੰਦੇ ਹਨ ਜਿੰਨਾ ਚਿਰ ਵਾਹਿਗੁਰੂ ਜੀ ਦਾ ਆਰਡਰ ਹੈ, ਹੁਕਮ ਹੈ। ਹੌਲੀ ਹੌਲੀ ਸਾਰੇ ਚਲੇ ਜਾਂਦੇ ਹਨ। ਇਸੇ ਤਰ੍ਹਾਂ ਜਿਹੜੀ ਉਮਰ ਮਿਲੀ ਹੈ 100 ਕੁ ਸਾਲ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਕਈ ਵਾਰੀ ਕਈ ਐਸੇ ਸਾਧਨ ਕਰਕੇ ਬੰਦਾ ਉਮਰ ਵਧਾ ਲੈਂਦਾ ਹੈ। ਉਹਨਾਂ ਸਾਧਨਾਂ ਦੇ ਮਗਰ ਹੀ ਲੱਗਾ ਰਹਿੰਦਾ ਹੈ। ਜੋਗ ਸਿੱਧ ਆਸਣ 84, ਇਹ ਭੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰਿ ਸਿਉ ਸੰਗ ਨ ਗਹਿਆ। ਜੋਗ ਨਾਲ ਤੇ ਪਿਆਰ ਕੀਤਾ, ਪਰ ਅਕਾਲ ਪੁਰਖ ਜੀ ਨਾਲ ਪਿਆਰ ਨਹੀਂ ਕੀਤਾ। ਤਨ ਦੇ ਵਿੱਚ, ਮਨ ਦੇ ਵਿੱਚ ਜੋਗ ਹੀ ਟਿਕਿਆ ਹੋਇਆ ਹੈ। ਪੜ੍ਹਿਆ ਕਰੋ ਸਤਿਗੁਰਾਂ ਦੇ ਹੁਕਮ, ਜੋਗ ਅਭਿਆਸ ਕਰਮ ਧਰਮ ਕਿਰਿਆ। ਇਹ ਅਭਿਆਸ ਕਰਦਿਆਂ ਉਮਰ ਤੇ ਵਧਾ ਲਈ, ਏਜ ਵਧਾ ਲਈ, ਅਰਬਲਾ ਵਧਾ ਲਈ, ਪਰ ਨਾਮ ਸਿਮਰਨ ਨਹੀਂ ਵਧਾਇਆ। ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਖਜ਼ਾਨਾ ਨਹੀਂ ਇਕੱਠਾ ਕੀਤਾ ਇਸ ਜੀਭਾ ਦੇ ਨਾਲ, ਇਸ ਟੰਗ ਦੇ ਨਾਲ, ਇਸ ਰਸਨਾ ਦੇ ਨਾਲ। ਰਸਾਂ ਵਿੱਚ ਹੀ ਰਹਿ ਗਈ, ਰਸ ਲੈ ਲੈ ਕੇ, ਕਦੀ ਕੋਈ ਰਸ ਕਦੀ ਕੋਈ ਰਸ, ਰਸਾਂ ਵਿੱਚ ਹੀ ਉਲਝ ਗਈ। ਹੁਣ ਧੰਨ ਗੁਰੂ ਵੱਡੇ ਬਾਬਾ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਾਹਰ ਪੀਰ ਜਗਤ ਗੁਰੂ ਬਾਬਾ ਜੀ, ਜਗਤ ਗੁਰੂ ਗੁਰੂ ਨਾਨਕ ਦੇਵ ਸਤਿਗੁਰੂ ਜੀ ਹੁਕਮ ਫਰਮਾਉਂਦੇ ਹਨ। 7ਵੀਂ ਪੌੜੀ ਹੈ ਜਪਜੀ ਸਾਹਿਬ ਜੀ, ਜਪਜੀ ਸਾਹਿਬ ਜੀ ਦੀ। ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ। ਬੰਦੇ ਦੀ ਉਮਰ ਜਿਹੜੀ ਮਿਲੀ ਹੋਈ ਹੈ ਉਹਦੇ ਨਾਲੋਂ ਵੀ 10 ਗੁਣਾ ਹੋਰ ਵੱਧ ਜਾਵੇ, ਜੋਗ ਕਮਾ ਕਮਾ ਕੇ, ਜਿਵੇਂ ਕਿਵੇਂ ਵੀ। ਪਰ ਜੇ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਵਾਹਿਗੁਰੂ ਜੀ ਨੂੰ ਯਾਦ ਨਹੀਂ ਕੀਤਾ, ਖਾਲੀ ਉਮਰ ਵਧਾਈ ਹੈ। ਨਾਮ ਸਿਮਰਨ ਨਹੀਂ ਵਧਾਇਆ। ਮਨ ਨੂੰ ਉਮਰ ਨੂੰ ਵਧਾਉਣ ਵੱਲ ਹੀ ਜੋੜ ਰੱਖਿਆ ਹੈ। ਜਿੰਨੀ ਮਿਲੀ ਹੋਈ ਹੈ ਉਹਦੇ ਨਾਲੋਂ 10 ਗੁਣਾ ਵੀ ਜੇ ਵੱਧ ਜਾਵੇ ਤਾਂ ਵੀ ਉਹਦਾ ਕੋਈ ਲਾਭ ਨਹੀਂ, ਕਿਉਂਕਿ ਜਿਹੜੀ ਉਮਰ ਹੈ ਉਹ ਤਨ ਦੀ ਹੈ, ਤੇ ਤਨ ਇੱਥੇ ਮਿਲਿਆ ਹੈ, ਇਸੇ ਦੁਨੀਆ ਵਿੱਚ ਇੱਥੇ ਹੀ ਸੁੱਟ ਜਾਣਾ ਹੈ, ਇੱਥੇ ਹੀ ਛੱਡ ਜਾਣਾ ਹੈ।
ਮਨ ਨੇ ਚਲਾ ਜਾਣਾ ਹੈ ਆਪੋ ਆਪਣਾ ਲੇਖਾ ਦੇਣ ਵਾਸਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ says, even if you could live throughout the 4 ages or even 10 times more, ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਨਾਲ ਚੱਲੇ ਸਭ ਕੋਏ। ਸਾਰੇ ਸੰਸਾਰ ਭਰ ਦੇ ਵਿੱਚ 9 ਖੰਡਾਂ ਦੇ ਵਿੱਚ ਬੰਦਾ ਪ੍ਰਗਟ ਹੋ ਜਾਵੇ, 9 ਦੀਪਾਂ ਦੇ ਵਿੱਚ ਆਲੇ ਦੁਆਲੇ ਕਿੱਡਾ ਵੱਡਾ ਸੰਸਾਰ ਹੈ, ਹਰ ਜਗ੍ਹਾ ਇਹਦਾ ਨਾਂ ਹੋ ਜਾਵੇ। ਆ ਜਿਹੜੀ ਦੇਹ ਹੈ ਇਹਦੇ ਵਿੱਚ ਵੀ 9 ਖੰਡ ਹਨ। ਅੱਖਾਂ ਹਨ, ਕੰਨ ਹਨ, ਜੀਭਾ ਹੈ, ਨਾਸਕਾ ਹਨ, ਨੱਕ ਹੈ, ਨਾਸਕਾ। ਇਹਨਾਂ 9 ਖੰਡਾਂ ਤੇ ਵੀ ਮਨ ਰਾਜ ਕਰਦਾ ਹੈ। ਕੰਨਾਂ ਨਾਲ ਪਤਾ ਨਹੀਂ ਕਿੰਨਾ ਕੁਝ ਸੁਣ ਰਿਹਾ ਹੈ, ਕਿਉਂਕਿ ਰਾਜ ਹੈ ਇਹਦਾ। ਮਨ ਰਾਜਾ ਸੁਲਤਾਨ ਕੰਨਾਂ ਤੇ ਰਾਜ ਕਰ ਰਿਹਾ ਹੈ। ਵਾਹਿਗੁਰੂ ਜੀ ਨੇ ਕੰਨ ਦਿੱਤੇ ਸੀ ਗੁਰਬਾਣੀ ਸੁਣਨ ਵਾਸਤੇ। ਇਹ ਸਰਵਣ ਹੋ ਮੇਰਿਓ ਸੱਚ ਹੈ, ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣ ਹੋ ਸਤ ਬਾਣੀ। ਪਰ ਮਨ ਇਹਨਾਂ ਕੰਨਾਂ ਦੇ ਨਾਲ, ਕਿਉਂਕਿ ਰਾਜ ਇਹਦਾ ਹੈ ਸਰੀਰ ਤੇ, ਮਨ ਰਾਜਾ ਹੈ। ਵਾਹਿਗੁਰੂ ਨੇ ਇਹਨੂੰ ਰਾਜਾ ਬਣਾ ਦਿੱਤਾ ਹੈ, ਮਨ ਰਾਜਾ ਸੁਲਤਾਨ। ਪਰ ਇਹ ਰਾਜ ਕਿਵੇਂ ਕਰ ਰਿਹਾ ਹੈ ਸਰੀਰ ਤੇ, ਇਹ ਗੁਰਬਾਣੀ ਦੱਸੇਗੀ। ਤਾਈਓ ਤੇ ਗੁਰਬਾਣੀ ਦੇ ਲੜ ਲਾਇਆ ਹੈ ਦਸਮੇਸ਼ ਪਿਤਾ ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰਾਂ ਨੇ। ਜਿਵੇਂ ਜਿਵੇਂ ਗੁਰਬਾਣੀ ਇਹ ਮਨ ਪੜ੍ਹੇਗਾ ਸੁਣੇਗਾ, ਇਹਨੂੰ ਰਾਜ ਕਰਨਾ ਆ ਜਾਵੇਗਾ। ਅੱਖਾਂ ਤੇ ਰਾਜ ਕਰਦਾ ਹੈ ਗੁਰੂ ਦੇ ਦੀਦਾਰ, ਜੇ ਕਰਦਾ ਹੈ ਤੇ ਭਾਗਾਂ ਵਾਲਾ ਹੈ। ਜੇ ਅੱਖਾਂ ਨਾਲ ਹੋਰ ਹੀ ਕੁਝ ਤੱਕਦਾ ਰਹਿੰਦਾ ਹੈ ਤਾਂ ਵਿਅਰਥ ਤੱਕ ਰਿਹਾ ਹੈ। ਪੈਰਾਂ ਨਾਲ ਮੰਦੇ ਪਾਸੇ ਜਾਂਦਾ ਹੈ ਤਾਂ ਵਿਅਰਥ ਤੁਰ ਰਿਹਾ ਹੈ। ਧੰਨ ਉਹ ਚਰਨ ਹਨ ਜਿਹੜੇ ਗੁਰੂ ਦੇ ਮਾਰਗ ਵੱਲ ਚੱਲਦੇ ਹਨ। ਚਰਨ ਚੱਲੋ ਮਾਰਗ ਗੋਬਿੰਦ। ਇਹ ਜਿੰਨੇ ਵੀ 9 ਖੰਡ ਹਨ ਸਰੀਰ ਦੇ, ਇਹਨਾਂ ਤੇ ਵੀ ਮਨ ਰਾਜ ਕਰਦਾ ਹੈ। ਨਵ ਖੰਡਨ ਕੋ ਰਾਜ ਕਮਾਵੇ, ਜਦੋਂ ਉਮਰ ਮੁੱਕ ਗਈ ਅੰਤ ਚੱਲੇ ਗੋਹਾਰੀ। ਆਖਰ ਖਾਲੀ ਜਾਣਾ ਪਵੇਗਾ, ਬਿਨਾ ਸਿਮਰਨ ਤੋਂ, ਬਿਨਾ ਨਾਮ ਤੋਂ, ਬਿਨਾ ਬੰਦਗੀ ਤੋਂ, ਬਿਨਾ ਸੇਵਾ ਤੋਂ। ਪੜਿਆ ਕਰੋ ਨਵ ਖੰਡਨ ਕੋ ਰਾਜ ਕਮਾਵੇ। ਇਹ ਮਨ ਰਾਜ ਕਮਾਉਂਦਾ ਹੈ ਇਸ ਬੋਡੀ ਤੇ। ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਗੁਰੂ ਮਹਾਰਾਜ ਜੀ ਨੇ, ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਕਿਉਂਕਿ 9 ਖੰਡ ਸਾਰਿਆਂ ਦੇ ਕੋਲ ਹਨ। ਅੱਖਾਂ ਹਨ, ਕੰਨ ਹਨ, ਨਾਸਕਾ ਹੈ, ਪੈਰ ਹਨ, ਹੱਥ ਹਨ, ਕਿੰਨਾ ਕੁਝ ਹੈ। ਜਾਣਾ ਤੇ ਹਾਰ ਕੇ ਪੈਂਦਾ ਹੈ। ਆਖਰ ਜੇ ਨਾਮ ਜਪਿਆ ਹੈ, ਜੇ ਆਪਣੇ ਘਰ ਦੀ ਯਾਦ ਕਾਇਮ ਰੱਖੀ ਹੈ, ਫਿਰ ਭਾਗਾਂ ਵਾਲਾ ਹੈ, ਕਰਮਾਂ ਵਾਲਾ ਹੈ। ਫਿਰ ਮਾਨਸ ਜਨਮ ਇਸਨੇ ਸਫਲਾ ਕਰ ਲਿਆ। ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਇੱਥੇ ਕਥਾ ਸਰੀਰ ਦੀ ਹੋ ਰਹੀ ਹੈ, ਮਨ ਦੀ ਹੋ ਰਹੀ ਹੈ। ਕਿਉਂਕਿ ਅਗਲੇ ਜਿਹੜੇ ਸ਼ਬਦ ਹਨ
ਉਹ ਸਾਰੇ ਸਰੀਰ ਨਾਲ ਮਨ ਨਾਲ ਜੁੜੇ ਹੋਏ ਹਨ। ਇਸ ਕਰਕੇ 9 ਖੰਡ ਦੇਹ ਦੇ ਵੀ ਗਿਣੇ ਜਾਂਦੇ ਹਨ। ਹਰ ਬੰਦਾ ਸਮਝ ਸਕਦਾ ਹੈ ਇਹਨਾਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰਨੇ ਹਨ, ਇਹਨਾਂ ਕੰਨਾਂ ਨਾਲ ਗੁਰਬਾਣੀ ਸੁਣਨੀ ਹੈ, ਇਹਨਾਂ ਨਾਸਕਾਂ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਣਾ ਹੈ, ਗੁਰੂ ਚਰਨਾਂ ਦੀ ਸੁਗੰਧ ਪ੍ਰਾਪਤ ਕਰਨੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਜੇ ਬੰਦਾ ਦੁਨੀਆ ਵਿੱਚ ਕਿੰਨਾ ਵੀ ਪ੍ਰਗਟ ਹੋ ਜਾਵੇ, ਕਿੰਨਾ ਵੀ ਨਾ ਹੋ ਜਾਵੇ, ਦੁਨੀਆ ਦੇ ਸੰਸਾਰ ਵਿੱਚ 9 ਖੰਡਾਂ ਦੇ ਦੀਪਾਂ ਵਿੱਚ ਵੀ ਨਵਾਂ ਖੰਡਾ ਵਿੱਚ ਜਾਣੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਜੇ ਜੁਗ ਚਾਰੇ ਆਰਜਾ ਹੋਰਦ ਸੁਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ। ਐਂਡ ਈਵਨ ਇਫ ਯੂ ਆਰ known throughout the 9 continents and followed by all, ਸਾਰੀ ਦੁਨੀਆ ਪਿੱਛੇ ਲਗੀ ਫਿਰੇ, ਚੰਗਾ ਨਾਉ ਰਖਾਏ ਕੈ। ਇਹ 7ਵੀਂ ਪੌੜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। 38 ਪੌੜੀਆਂ ਹਨ। ਜੇ ਸਤਿਗੁਰੂ ਕਿਰਪਾ ਕਰਨਗੇ, ਕਿਉਂਕਿ ਬਿਨਾਂ ਕਿਰਪਾ ਤੋਂ ਕੁਝ ਵੀ ਨਹੀਂ ਹੋ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਉਂਦੇ ਹਨ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਉਹ ਕਿਰਪਾ ਕਰਨ ਤਾਂ ਇਹ ਜੀਭਾ ਬੋਲ ਸਕਦੀ ਹੈ, ਉਹ ਕਿਰਪਾ ਕਰਨ ਤਾਂ ਇਸ ਮੱਤ ਵਿੱਚ ਰਤਨ ਜਵਾਹਰ ਮਾਣਕ ਪ੍ਰਗਟ ਹੁੰਦੇ ਹਨ। ਉਹ ਮਿਹਰ ਕਰਨ, ਦਇਆ ਕਰਨ, ਰਹਿਮ ਕਰਨ, ਬਖਸ਼ਿਸ਼ ਕਰਨ। ਚੰਗਾ ਨਾਉ ਰਖਾਏ ਕੈ। ਦੁਨੀਆ ਵਿੱਚ ਨਾਂ ਬੜਾ ਵੱਡਾ ਹੋ ਜਾਵੇ, ਬੜਾ ਚੰਗਾ ਹੈ, ਬੜਾ ਚੰਗਾ ਹੈ, ਬਹੁਤ ਚੰਗਾ ਹੈ। ਚੰਗਾ ਨਾਉ ਰਖਾਏ ਕੈ, ਬੜੇ ਚੰਗੇ ਕੰਮ ਕਰਦਾ ਹੈ ਬੰਦਾ। ਕਈ ਵਾਰੀ ਦੁਨੀਆ ਚੰਗਾ ਕਹਿਣ ਲੱਗ ਪੈਂਦੀ ਹੈ, ਬੜਾ ਚੰਗਾ ਹੈ, ਬੜਾ ਭਲਾ ਹੈ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਦੁਨੀਆ ਦੇ ਵਿੱਚ ਬੜੀ ਸੋਭਾ ਪ੍ਰਾਪਤ ਕਰ ਲੈਂਦਾ ਹੈ, ਚੰਗੇ ਕੰਮ ਕਰ ਕਰਕੇ ਨਾਮ ਖੱਟ ਲੈਂਦਾ ਹੈ। ਦੁਨੀਆ ਵਾਹ ਵਾਹ ਕਰਦੀ ਹੈ, ਬੜਾ ਭਲਾ ਹੈ, ਬੜਾ ਚੰਗਾ ਹੈ। ਪਰ ਦੁਨੀਆ ਪਰਮੇਸ਼ਰ ਨੂੰ ਭੁੱਲ ਜਾਂਦੀ ਹੈ, ਅਕਾਲ ਪੁਰਖ ਜੀ ਨੂੰ ਭੁੱਲ ਜਾਂਦੀ ਹੈ। ਇਹ ਜੇ ਚੰਗੇ ਕੰਮ ਕੀਤੇ ਹਨ ਤੇ ਪਰਮੇਸ਼ਰ ਨੇ ਕਰਾਏ ਹਨ, ਅਕਾਲ ਪੁਰਖ ਜੀ ਨੇ ਕਰਾਏ ਹਨ, ਵਾਹਿਗੁਰੂ ਜੀ ਨੇ ਕਰਾਏ ਹਨ। ਇਸ ਪਾਸੋਂ ਇਹ ਤਾਂ ਮਿੱਟੀ ਦੀ ਢੇਰੀ ਹੈ। ਇਹਦਾ ਆਪਣਾ ਬਲ ਵੀ ਇਸ ਦੇ ਹੱਥ ਨਹੀਂ, ਇਸ ਕਾ ਬਲ ਨਾ ਹੀ ਇਸ ਹੱਥ। ਇਹ ਭੁੱਲ ਜਾਂਦਾ ਹੈ, ਦੁਨੀਆ ਵੀ ਭੁੱਲ ਜਾਂਦੀ ਹੈ। ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ। ਜੋ ਕੁਝ ਵੀ ਬੰਦਾ ਕਰਦਾ ਹੈ, ਕਰਨ ਕਰਾਉਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਹਨ। ਉਹਨਾਂ ਦੇ ਕਹੇ ਅਨੁਸਾਰ ਇਹ ਤੁਰਦਾ ਹੈ, ਫਿਰਦਾ ਹੈ, ਸੌਂਦਾ ਹੈ, ਜਾਗਦਾ ਹੈ, ਉੱਠਦਾ ਹੈ, ਬੈਠਦਾ ਹੈ। ਜੇ ਇਹਦੇ ਵਿੱਚ ਸਾਹ ਹੀ ਨਾ ਹੋਣ ਤੇ ਇਹ ਕੁਝ ਵੀ ਨਹੀਂ ਕਰ ਸਕਦਾ। ਵਾਹਿਗੁਰੂ ਵੱਲੋਂ ਸਾਹ ਮਿਲੇ ਹੋਏ ਹਨ। ਜਦੋਂ ਦਾ ਮਾਂ ਦੀ ਕੁੱਖ ਵਿੱਚ ਰਿਹਾ ਹੈ, ਵਾਅਦੇ ਕਰਦਾ ਰਿਹਾ ਹੈ, ਮਾਲਕ ਮੈਂ ਪੁੱਠਾ ਲਟਕਿਆ ਹੋਇਆ ਹਾਂ, ਮੇਰੇ ਤੇ ਕਿਰਪਾ ਕਰ, ਮੈਨੂੰ ਇਸ ਘੋਰ ਨਰਕ ਦੇ ਵਿੱਚੋਂ ਕੱਢ, ਮੈਂ ਦੁਨੀਆ ਤੇ ਸਿੱਧਾ ਤੁਰ ਸਕਾਂ। ਵਾਹਿਗੁਰੂ ਸੁਣ ਲੈਂਦੇ ਹਨ। 10 ਮਹੀਨੇ ਜੰਮਿਆ, ਜਦੋਂ ਜੰਮਿਆ ਤੇ ਲਾਗਤ ਪਵਨ ਖਸਮ ਬਿਸਰਾਇਆ।
ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ। ਦੁਨੀਆ ਦੇ ਵਿੱਚ ਨਾਮ ਜਿੰਨਾ ਮਰਜੀ ਖੱਟ ਲਵੇ, ਜੇ ਸਿਮਰਨ ਨਹੀਂ ਕੀਤਾ, ਜੇ ਬੰਦਗੀ ਨਹੀਂ ਕੀਤੀ, ਜੇ ਅਕਾਲ ਪੁਰਖ ਨੂੰ ਯਾਦ ਨਹੀਂ ਕੀਤਾ, with a good name and reputation, with perish and fame throughout the world। ਵਾਹਿਗੁਰੂ ਵਾਹਿਗੁਰੂ। Without Almighty God, ਵਾਹਿਗੁਰੂ ਜੀ, everything is waste। ਜੇ ਨਾਮ ਨਹੀਂ ਜਪਿਆ ਤਾਂ ਇਹ ਸੋਭਾ ਕਿਸੇ ਕੰਮ ਨਹੀਂ ਆਈ। ਜੇ ਸੋਭਾ ਕਰਵਾਈ ਵੀ ਹੈ ਤੇ ਹਉਮੈ ਆਵੜੀ ਵਿੱਚ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮ ਕੀਤੇ ਹਨ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋਰੈ। ਸਾਧ ਸੰਗਤ ਵਿੱਚ ਆਵੇ, ਗੁਰਦੁਆਰਾ ਸਾਹਿਬ ਆਵੇ, ਗੁਰੂ ਦੇ ਚਰਨਾਂ ਵਿੱਚ ਆਵੇ, ਹਉਮੈ ਨੂੰ ਛੱਡ ਦੇਵੇ, ਫਿਰ ਸੋਭਾ ਭਲੀ ਹੈ, ਭਲੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਸਤਿਗੁਰਾਂ ਨੇ ਕਿੰਨੀ ਸੇਵਾ ਕੀਤੀ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮ ਮੰਨੇ ਹਨ। ਅੱਜ ਵੀ ਸੋਭਾ ਕਰ ਰਹੇ ਹਾਂ, ਉਹਨਾਂ ਦੀ ਪਵਿੱਤਰ ਪਾਵਨ ਗੁਰਬਾਣੀ ਪੜ੍ਹ ਕੇ ਮਨ ਨੂੰ ਸਮਝਾ ਰਹੇ ਹਾਂ। ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ। ਹੁਣ ਸਤਿਗੁਰੂ ਜੀ ਫਰਮਾਉਂਦੇ ਹਨ, ਧੰਨ 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 ਗੁਰੂ ਨਾਨਕ ਦੇਵ ਮਹਾਰਾਜ ਜੀ ਜਪਜੀ ਸਾਹਿਬ ਜੀ ਦੀ 7ਵੀਂ ਪੌੜੀ ਦੇ ਵਿੱਚ, ਜੇ ਤਿਸ ਨਦਰ ਨਾ ਆਵਈ, ਜੇ ਵਾਹਿਗੁਰੂ ਜੀ ਦੀ ਨਜ਼ਰ ਵਿੱਚ ਨਹੀਂ ਆਇਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਗੁਰੂ ਦੇ ਸਾਹਮਣੇ ਨਹੀਂ ਆਇਆ, ਗੁਰੂ ਦੇ ਦੀਦਾਰ ਨਹੀਂ ਕੀਤੇ, ਗੁਰੂ ਸਾਹਿਬ ਜੀ ਦੀ ਨਜ਼ਰ ਨਹੀਂ ਪਈ, ਬੜੀ ਬਖਸ਼ਿਸ਼ ਹੈ ਸਤਿਗੁਰਾਂ ਦੀ ਮਿਹਰ ਭਰੀ ਨਜ਼ਰ ਦੇ ਵਿੱਚ। ਜ਼ਿੰਦਗੀ ਐਵੇਂ ਲੰਘਾ ਦਿੱਤੀ, ਇਹਨਾਂ ਨਵਾਂ ਖੰਡਾਂ ਨੂੰ ਯੂਜ਼ ਕਰਕੇ ਅੱਖਾਂ ਨੂੰ, ਕੰਨਾਂ ਨੂੰ ਹੋਰ ਹੀ ਕਿਸੇ ਪਾਸੇ ਲਾ ਛੱਡਿਆ, ਪੈਰਾਂ ਨੂੰ ਹੋਰ ਹੀ ਕਿਸੇ ਪਾਸੇ ਤੋਰ ਛੱਡਿਆ, ਹੱਥਾਂ ਨੂੰ ਹੋਰ ਹੀ ਕਿਸੇ ਪਾਸੇ ਲਾ ਛੱਡਿਆ, ਪਰ ਸੇਵਾ ਨਹੀਂ ਕੀਤੀ। ਸੁਣਿਆ ਵੀ ਸੀ, ਸ਼ਬਦ ਸੁਣੇ ਕਾਰਾਂ ਵਿੱਚ, ਮੋਟਰਾਂ ਵਿੱਚ, ਘਰਾਂ ਵਿੱਚ, ਸਤਿਗੁਰ ਕੀ ਸੇਵਾ ਸਫਲ ਹੈ, ਪਰ ਸੇਵਾ ਕੀਤੀ ਨਹੀਂ। ਜੇ ਕੀਤੀ ਹੈ ਤੇ ਭਾਗਾਂ ਵਾਲਾ, ਕਰਮਾਂ ਵਾਲਾ ਹੈ। ਗੁਰੂ ਪ੍ਰਸੰਨ ਹੋ ਜਾਂਦੇ ਹਨ, ਮੱਥਾ ਟੇਕਦਾ ਹੈ, ਮੱਥਾ ਟੇਕਦਿਆਂ ਮਨ ਨੀਵਾਂ ਹੋ ਜਾਂਦਾ ਹੈ। ਅਰਦਾਸ ਵਿੱਚ ਵੀ ਬੇਨਤੀ ਕਰਦੇ ਹਾਂ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਜੇ ਤਿਸ ਨਦਰ ਨ ਆਵਈ, ਜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਜ਼ਰ ਵਿੱਚ ਬੰਦਾ ਬੰਦੀ ਨਹੀਂ ਆਉਂਦਾ, ਤਾਂ ਇਹਦੀ ਕੋਈ ਬਾਤ ਵੀ ਨਹੀਂ ਪੁੱਛਦਾ, ਕੋਈ ਖਬਰ ਵੀ ਨਹੀਂ ਲੈਂਦਾ, ਕੋਈ ਇਹਦੇ ਵੱਲ ਤੱਕਦਾ ਵੀ ਨਹੀਂ, ਕੋਈ ਕਹਿੰਦਾ ਵੀ ਨਹੀਂ ਕੀ ਹਾਲ ਹੈ ਤੇਰਾ। ਤਾਂ ਬਾਤ ਨਾ ਪੁੱਛੇ ਕਿ ਇੰਨੀਆਂ ਮਾਣ ਵਡਿਆਈਆਂ ਹੁੰਦਿਆਂ ਹੋਇਆਂ, ਇੰਨੀ ਸੋਭਾ ਹੁੰਦਿਆਂ ਹੋਇਆਂ, ਤਾਂ ਵੀ ਇਹਦਾ ਕੋਈ ਆਸਰਾ ਨਹੀਂ, ਬਿਨਾਂ ਸਿਮਰਨ ਤੋਂ, ਬਿਨਾਂ ਨਾਮ ਤੋਂ। ਤਾਂ ਬਾਤ ਨਾ ਪੁੱਛੇ ਕਿ still if the Almighty God ਇੱਕ ਓੰਕਾਰ ਜੀ not bless you with his glance of grace। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ says, then who cares? What is the use? So no one
no matter asks how you are, then no one asks about the condition of the person. कोई बात भी नहीं ਪੁੱਛਦਾ। ਸੋਭਾ ਵੀ ਹੈ, ਵਡਿਆਈਆਂ ਵੀ ਹਨ, ਦੁਨੀਆ ਵਿੱਚ ਨਾਮਣਾ ਬੜਾ ਹੈ, ਬੜਾ ਦੁਨੀਆ ਨਾਮ ਲੈਂਦੀ ਹੈ, ਪਰ ਇਹ ਨਾਮ ਨਹੀਂ ਲੈਂਦਾ ਪਰਮਾਤਮਾ ਦਾ, ਜਿਸ ਕਰਕੇ ਕੋਈ ਨਹੀਂ ਇਸ ਦੀ ਬਾਤ ਪੁੱਛਦਾ। ਵਾਹਿਗੁਰੂ ਬਖਸ਼ ਲਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਕੀਟਾ ਅੰਦਰ ਕੀਟ ਕਰ। ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਥਾ ਕਰਿਆ ਕਰਦੇ ਸਨ। ਬੜੇ ਮਹਿੰਗੇ ਉਹਨਾਂ ਦੇ ਬਚਨ ਹੁੰਦੇ ਸਨ। ਬਚਪਨ ਵਿੱਚ ਜਾ ਬੈਠੀਦਾ ਸੀ, ਕੰਨਾਂ ਵਿੱਚ ਉਹ ਅੱਜ ਵੀ ਬਚਨ ਜਿਹੜੇ ਹਨ ਉਹਨਾਂ ਨੇ ਘਰ ਕੀਤਾ ਹੋਇਆ, ਭੁੱਲਦੇ ਨਹੀਂ। ਉਹ ਕਥਾ ਕਰਿਆ ਕਰਦੇ ਸਨ, ਪਹਿਲਾਂ ਵੀ ਕੀੜਾ ਹੈ, ਜਿਵੇਂ ਕੁੱਕਰ ਹੈ, ਡੌਗ ਹੈ, ਫਿਰ ਆਪਣੇ ਕਰਮਾਂ ਅਨੁਸਾਰ ਉਹਦੇ ਮੱਥੇ ਵਿੱਚ ਕੀੜਾ ਬਣ ਕੇ ਫਿਰ ਲੱਗ ਜਾਂਦਾ ਹੈ। ਦੋਸੀ 200 ਧਰੇ। ਕੀੜਾ ਤੇ ਪਹਿਲੇ ਸੀ, ਕੁੱਕਰ ਦੋਸ਼ ਇੰਨੇ ਹੋ ਗਏ, ਫਿਰ ਮੱਥੇ ਵਿੱਚ ਤੁਸਾਂ ਤੱਕਿਆ ਹੋਵੇਗਾ ਕੀੜੇ ਲੱਗੇ ਹੁੰਦੇ ਹਨ। ਵਾਹਿਗੁਰੂ ਬਖਸ਼ ਲਓ। ਮਹਾਂਪੁਰਖ ਕਿਆ ਕਰਦੇ ਸਨ, ਕੀਟਾ ਅੰਦਰ ਕੀਟ ਕਰ। ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੀਟਾ ਅੰਦਰ ਕੀਟ ਕਰ, ਖਸਮੈ ਨਦਰੀ ਕੀੜਾ ਆਵੇ, ਜੇਤੇ ਚੁਗੇ ਦਾਣੇ। ਵਾਹਿਗੁਰੂ ਵਾਹਿਗੁਰੂ ਬਖਸ਼ ਦਿਓ। ਪੂਰੀ ਦੁਨੀਆ ਦਾ ਭਲਾ ਕਰੋ ਸਤਿਗੁਰੂ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਕੀਟਾ ਅੰਦਰ ਕੀਟ ਕਰ, ਦੋਸੀ 200 ਧਰੇ। Among worms you would be considered a lowly worm, and even contemptible, contemptible, sinners. Contemptible sinners would hold you in contempt. ਨਾਨਕ ਨਿਰਗੁਣ ਗੁਣ ਕਰੇ, ਵਾਹਿਗੁਰੂ 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 ਵਾਹਿਗੁਰੂ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਜਿਨ੍ਹਾਂ ਵਿੱਚ ਕੋਈ ਗੁਣ ਨਹੀਂ, ਅਕਾਲ ਪੁਰਖ ਵਾਹਿਗੁਰੂ ਜੀ ਅਵਗੁਣਿਆਰਿਆਂ ਦੇ ਵਿੱਚ ਗੁਣ ਭਰ ਦਿੰਦੇ ਹਨ, ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਜਦੋਂ ਉਹਨਾਂ ਦੀ ਮਿਹਰ ਹੋ ਜਾਵੇ ਤੇ ਅਵਗੁਣਾਰੇ ਵੀ ਜ਼ਿੰਦਗੀ ਗੁਣਾ ਭਰੀ ਬਤੀਤ ਕਰਨ ਲੱਗ ਪੈਂਦੇ ਹਨ, ਅਵਗੁਣਾਂ ਨੂੰ ਛੱਡ ਜਾਂਦੇ ਹਨ। ਮਹਾਂ ਕਸਾਬ ਛੁਰੀ ਸੱਟ ਪਾਈ, ਛੁਰੀਆਂ ਸੁੱਟ ਦਿੰਦੇ ਹਨ। ਗੁਣਾ ਭਰੀ ਜ਼ਿੰਦਗੀ ਬਤੀਤ ਕਰਨ ਲੱਗ ਪੈਂਦੇ ਹਨ, ਨਾਮ ਜਪਣ ਲੱਗ ਪੈਂਦੇ ਹਨ, ਸਰਬੱਤ ਦਾ ਭਲਾ ਲੋੜਦੇ ਹਨ। ਨਾਨਕ ਨਿਰਗੁਣ ਗੁਣ ਕਰੇ,
ਗੁਣਵੰਤਿਆਂ ਗੁਣ ਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੇਜ਼ ਓ ਨਾਨਕ, God blesses the unworthy with virtue and bestows virtue on the virtuous। ਤੇਹਾ ਕੋਇ ਨ ਸੁਝਈ, ਜੇ ਤਿਸ ਗੁਣ ਕੋਇ ਕਰੇ। ਬਿਨਾਂ ਵਾਹਿਗੁਰੂ ਜੀ ਤੋਂ, ਵਿਦਾਊਟ ਆਲਮਾਈਟੀ ਗੋਡ ਅਕਾਲ ਪੁਰਖ ਜੀ ਤੋਂ, ਬਿਨਾਂ ਇੱਕੋ ਓੰਕਾਰ ਜੀ ਤੋਂ, ਅਕਾਲ ਪੁਰਖ ਵਾਹਿਗੁਰੂ ਜੀ ਤੋਂ, ਜਿਨ੍ਹਾਂ ਦੇ ਲੜ ਲਾਇਆ ਹੈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰਾਂ ਨੇ, ਉਹਨਾਂ ਵਰਗਾ ਹੋਰ ਕੋਈ ਨਹੀਂ ਜਿਹੜਾ ਨਿਰਗੁਣ ਆਰਿਆਂ ਦੇ ਵਿੱਚ ਗੁਣ ਭਰ ਦੇਵੇ। No one can even imagine anyone who can bestow virtue upon him. No one can even imagine anyone who can bestow virtue upon him। ਵਾਹਿਗੁਰੂ ਜੀ ਵਰਗਾ, without almighty God, ਅਕਾਲ ਪੁਰਖ ਜੀ ਵਰਗਾ ਹੋਰ ਕੋਈ ਨਹੀਂ। ਇੱਥੇ ਤੱਕ ਅੱਜ 7ਵੀਂ ਪੌੜੀ ਜਪਜੀ ਸਾਹਿਬ ਜੀ ਦੀ ਆਪ ਜੀ ਨੇ ਸਰਵਣ ਕੀਤੀ ਹੈ। ਗੁਰਮੁਖੀ ਵਿੱਚ ਪੜ੍ਹਦੇ ਹਾਂ, ਅੰਗਰੇਜ਼ੀ ਵਿੱਚ ਪੜ੍ਹਦੇ ਹਾਂ, ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। GVL ਗੁਰਬਾਣੀ ਸੇਵਾ ਤੋਂ ਦਾਸ ਦਿਲਬਾਗ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਦਾ ਕੂਕਰ, ਹਮ ਕੂਕਰ ਤੇਰੇ ਦਰਬਾਰ ਪੜ੍ਹ ਰਿਹਾ ਸੀ, ਆਪਣੇ ਕੰਨਾਂ ਨਾਲ ਸੁਣ ਵੀ ਰਿਹਾ ਸੀ। ਸਾਧ ਸੰਗਤ ਕਈ ਭੁੱਲਾਂ ਹੋ ਜਾਂਦੀਆਂ ਹਨ, ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਸੰਗਤ ਵੱਡੀ ਸਿਆਣੀ ਹੈ, ਵਿੱਚ ਸੰਗਤ ਵਿੱਚ ਵਾਹਿਗੁਰੂ ਜੀ ਵਸਦੇ ਹਨ। ਹੁਕਮ ਹਨ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਦਾਸ ਝੋਲੀ ਅੱਡਦਾ ਹੈ, ਮੇਰੀ ਝੋਲੀ ਵਿੱਚ ਖਿਮਾ ਪਾ ਦਿਓ, ਮੈਨੂੰ ਬਖਸ਼ ਦਿਓ। ਆਲ ਵਰਲਡ ਦੀ ਸੰਗਤ ਦਾ ਦਾਸ ਸੇਵਾਦਾਰ ਹੈ। ਸਾਧ ਸੰਗਤ ਵੀ ਜੇ ਬਖਸ਼ ਦੇਵੇ, ਮੇਰੇ ਵਾਹਿਗੁਰੂ ਜੀ ਵੀ ਬਖਸ਼ ਦਿੰਦੇ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਯਾਦ ਰੱਖਿਆ ਕਰੋ, ਆਪੋ ਆਪਣੇ ਮਨ ਨੂੰ ਆਖਿਆ ਕਰੋ, ਜਪ ਮਨ ਸਤਨਾਮ ਸਦਾ ਸਤਨਾਮ, ਬੜਾ ਭਲਾ ਹੋ ਜਾਵੇਗਾ। ਅੱਗੋਂ ਜੇ ਗੁਰੂ ਕਿਰਪਾ ਕਰਨਗੇ ਧੰਨ ਗੁਰੂ ਨਾਨਕ ਸਾਹਿਬ ਜੀ, ਤਾਂ 8ਵੀਂ ਪੌੜੀ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਇਹਦੇ ਵਿੱਚ ਜੇ ਹੈ, ਜੇ ਮਾਲਿਕ ਨੇ ਕਿਰਪਾ ਕੀਤੀ, ਜੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਬਾਜਾਂ ਵਾਲੇ ਸਤਿਗੁਰਾਂ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰ ਕੀਤੀ ਤਾਂ ਜ਼ਰੂਰ ਪੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।